watching this video. If you are new to this channel, kindly like, subscribe and hit the bell icon for latest updates. Thanks and enjoy. ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਬਹੁਤ ਹੀ ਇੰਟਰਸਟਿੰਗ ਲੈਸਨ 10th ਲੈਸਨ ਸੰਤ ਰਵਿਦਾਸ ਜੀ। ਓਕੇ, ਲੈਟਸ ਸਟਾਰਟ। ਇੰਡੀਆ ਹੈਜ਼ ਆਲਵੇਜ਼ ਬੀਨ ਦਾ ਹੋਮ ਆਫ ਸੈਂਟਸ ਐਂਡ ਸੇਜਿਸ। ਭਾਰਤ ਹਮੇਸ਼ਾ ਤੋਂ ਹੀ ਸੰਤਾਂ, ਮਹਾਤਮਾਵਾਂ, ਠੀਕ ਹੈ, ਰਿਸ਼ੀਆਂ ਮੁਨੀਆਂ ਦਾ ਘਰ ਰਿਹਾ ਹੈ। whenever the moral or social life of people shows signs of decay, ਜਦੋਂ ਵੀ ਲੋਕਾਂ ਦੇ ਨੈਤਿਕ ਸਮਾਜਿਕ ਜੀਵਨ ਵਿੱਚ ਨਿਗਾਰ ਦੇ ਸੰਕੇਤ ਦਿਖੇ, some saint or prophet appears on the scene, ਤਾਂ ਕੋਈ ਨਾ ਕੋਈ ਸੰਤ ਪੈਗੰਬਰ ਸਾਹਮਣੇ ਜ਼ਰੂਰ ਆਇਆ। ਰਵਿਦਾਸ was one such saint। ਰਵਿਦਾਸ ਜੀ ਵੀ ਅਜਿਹੇ ਹੀ ਸੰਤ ਸਨ। he infused new life and vitality into the Hindu social order at a critical period in history। ਉਹਨਾਂ ਨੇ ਇਤਿਹਾਸ ਦੇ ਇੱਕ ਖਾਸ ਸਮੇਂ ਵਿੱਚ ਹਿੰਦੂ ਸਮਾਜਿਕ ਵਿਵਸਥਾ ਵਿੱਚ ਜੀਵਨ ਅਤੇ ਉਤਸ਼ਾਹ ਭਰਿਆ। ਰਵਿਦਾਸ was the son of a cobbler। ਰਵਿਦਾਸ ਜੀ ਇੱਕ ਮੋਚੀ ਦੇ ਬੇਟੇ ਸਨ। he was born in the year 1377। ਉਹ ਸਾਲ 1377 ਵਿੱਚ ਪੈਦਾ ਹੋਏ। he was born at ਬਨਾਰਸ। ਉਹ ਬਨਾਰਸ ਵਿੱਚ ਪੈਦਾ ਹੋਏ। the holy city of the Hindus, ਜੋ ਕਿ ਹਿੰਦੂਆਂ ਦਾ ਪਵਿੱਤਰ ਸ਼ਹਿਰ ਹੈ। his parents wanted to have him educated। ਉਸ ਦੇ ਮਾਤਾ ਪਿਤਾ ਉਸ ਨੂੰ ਸਿੱਖਿਆ ਦੇਣੀ ਚਾਹੁੰਦੇ ਸਨ। they sent him to school। ਉਹਨਾਂ ਨੇ ਉਸ ਨੂੰ ਸਕੂਲ ਭੇਜਿਆ। unluckily, ਬਦਕਿਸਮਤ ਦੇ ਨਾਲ, his stay at school proved to be very short and unhappy। ਉਹਨਾਂ ਦਾ ਸਕੂਲ ਦੇ ਵਿੱਚ ਠਹਿਰਨਾ ਬਹੁਤ ਘੱਟ ਸਮੇਂ ਦਾ ਅਤੇ ਬਹੁਤ ਹੀ ਨਿਰਾਸ਼ਾ ਭਰਪੂਰ ਸੀ। it was a very painful and unpleasant experience for him। ਇਹ ਉਹਨਾਂ ਲਈ ਬੜਾ ਦੁਖਦਾਈ ਅਤੇ ਅਸੁਖਾਵਾਂ ਅਨੁਭਵ ਸੀ। it left a deep and lasting scar on his mind। ਸਕੂਲ ਵਿੱਚ ਬਿਤਾਏ ਹੋਏ ਸਮੇਂ ਨੇ ਉਹਨਾਂ ਦੇ ਮਨ ਤੇ ਬਹੁਤ ਡੂੰਘਾ ਅਤੇ ਚਿਰ ਸਥਾਈ ਫੱਟ ਯਾਨੀ ਜ਼ਖਮ ਦਿੱਤਾ। ਰਵਿਦਾਸ realized that ਰਵਿਦਾਸ ਨੂੰ ਅਹਿਸਾਸ ਹੋਇਆ ਕਿ a child born in a low caste family was not treated well in society। ਸਕੂਲ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਜੋ ਬੱਚਾ ਨੀਵੀਂ ਜਾਤੀ ਦੇ ਪਰਿਵਾਰ ਵਿੱਚ ਪੈਦਾ ਹੁੰਦਾ ਹੈ ਉਸ ਨਾਲ ਸਮਾਜ ਦੇ ਵਿੱਚ ਵਧੀਆ ਵਿਵਹਾਰ ਨਹੀਂ ਕੀਤਾ ਜਾਂਦਾ। in such an unfriendly atmosphere, ਅਜਿਹੇ ਗੈਰ ਮਿੱਤਰਤਾ ਭਰਪੂਰ ਵਾਤਾਵਰਣ ਵਿੱਚ ਲਿਟਲ ਰਵਿਦਾਸ could not put his heart into studies। ਉਹ ਛੋਟੇ ਰਵਿਦਾਸ ਜੀ ਆਪਣਾ ਪੂਰਾ ਧਿਆਨ ਆਪਣੀ ਸਟੱਡੀ ਵਿੱਚ ਨਾ ਲਗਾ ਪਾਏ। often he would sit alone। ਅਕਸਰ ਉਹ ਇਕੱਲੇ ਬੈਠੇ ਰਹਿੰਦੇ and think deeply, ਅਤੇ ਬਹੁਤ ਡੂੰਘਾ ਸੋਚਦੇ। it would then appear as if he were in deep samadhi। ਇਹ ਏਦਾਂ ਲੱਗਦਾ ਹੁੰਦਾ ਸੀ ਕਿ ਜਿੱਦਾਂ ਉਹ ਡੂੰਘੀ ਸਮਾਧੀ ਵਿੱਚ ਬੈਠੇ ਹਨ। his teacher noticed that ਰਵਿਦਾਸ was no ordinary child। ਉਹਨਾਂ ਦੇ ਅਧਿਆਪਕ ਨੇ ਨੋਟਿਸ ਕੀਤਾ ਕਿ ਰਵਿਦਾਸ ਇੱਕ ਆਮ ਬੱਚੇ ਨਹੀਂ ਸਨ। he was certainly destined for some higher purpose in life। ਰੱਬ ਨੇ ਉਹਨਾਂ ਨੂੰ ਇਸ ਧਰਤੀ ਤੇ ਕਿਸੇ ਖਾਸ ਉਦੇਸ਼ ਲਈ ਹੀ ਭੇਜਿਆ ਸੀ। ਰਵਿਦਾਸ had no interest in material things। ਰਵਿਦਾਸ ਜੀ ਦਾ ਦੁਨੀਆ ਦੀਆਂ ਪਦਾਰਥਕ ਚੀਜ਼ਾਂ ਵਿੱਚ ਕੋਈ ਝੁਕਾਅ ਨਹੀਂ ਸੀ, ਇੰਟਰਸਟ ਨਹੀਂ ਸੀ, ਰੁਚੀ ਨਹੀਂ ਸੀ। he was interested, ਉਹਨਾਂ ਦੀ ਰੁਚੀ ਸੀ ਕਿਹਦੇ ਵਿੱਚ? in matters, ਉਹ ਜਿਹਾ ਮੁੱਦਿਆਂ ਵਿੱਚ। ਕਿਹੜੇ ਮੁੱਦਿਆਂ ਵਿੱਚ? related, ਯਾਨੀ ਜਿਹੜੇ ਸੰਬੰਧ ਰੱਖਦੇ ਹੋਣ। ਕਿਸ ਚੀਜ਼ ਨਾਲ ਸੰਬੰਧ ਰੱਖਦੇ ਹੋਣ? to the spirit, ਆਤਮਾ ਦੇ ਨਾਲ। ਯਾਨੀ ਉਹਨਾਂ ਦੀ ਰੁਚੀ ਆਤਮਿਕ ਮੁੱਦਿਆਂ ਦੇ ਵਿੱਚ ਜ਼ਿਆਦਾ ਸੀ। he wanted to gain spiritual knowledge। ਉਹ ਆਤਮਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸਨ। he was in search of some spiritual teacher who could show him the right path। ਉਹ ਆਤਮਿਕ ਗੁਰੂ ਦੀ ਭਾਲ ਵਿੱਚ ਸਨ ਜਿਹੜਾ ਕਿ ਉਹਨਾਂ ਨੂੰ ਸਹੀ ਰਾਹ ਦਿਖਾ ਸਕੇ। soon he found himself at the feet of ਸਵਾਮੀ ਰਾਮਾਨੰਦ। ਜਲਦੀ ਹੀ ਅਜਿਹੀ ਭਾਲ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਵਿੱਚ ਪਾਇਆ। who took him as his disciple, ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਚੇਲੇ ਦੇ ਰੂਪ ਵਿੱਚ ਸਵੀਕਾਰ ਕਰ ਲਿਆ। ਰਵਿਦਾਸ stayed with the Swami for a few months। ਰਵਿਦਾਸ ਸਵਾਮੀ ਜੀ ਨਾਲ ਕੁਝ ਮਹੀਨੇ ਰੁਕੇ। now there was a complete change in his life। ਹੁਣ ਉਹਨਾਂ ਦੀ ਜ਼ਿੰਦਗੀ ਪੂਰੀ ਬਦਲ ਗਈ ਸੀ। ਸਵਾਮੀ ਰਾਮਾਨੰਦ's sermons left a great impression on his young mind। sermons ਹੁੰਦਾ ਧਾਰਮਿਕ ਉਪਦੇਸ਼। ਸਵਾਮੀ ਰਾਮਾਨੰਦ ਜੀ ਦੇ ਧਾਰਮਿਕ ਉਪਦੇਸ਼ਾਂ ਨੇ ਰਵਿਦਾਸ ਜੀ ਦੇ ਛੋਟੇ ਜਿਹੇ ਦਿਲ ਤੇ
ਬਹੁਤ ਡੂੰਘਾ ਪ੍ਰਭਾਵ ਪਾਇਆ। ਥਰੂ these sermons he came to understand the true meaning of life। ਉਹ ਇਹਨਾਂ ਧਾਰਮਿਕ ਉਪਦੇਸ਼ਾਂ ਦੇ ਕਾਰਨ ਜੀਵਨ ਦਾ ਅਸਲੀ ਮਤਲਬ ਸਮਝ ਸਕੇ। he came to know of the ancient Indian wisdom and culture। ਉਹਨਾਂ ਨੂੰ ਪੁਰਾਤਨ ਭਾਰਤੀ ਸਿਆਣਪ ਅਤੇ ਸੱਭਿਅਤਾ ਬਾਰੇ ਪਤਾ ਲੱਗਿਆ। the field was ready। ਹੁਣ ਖੇਤ ਤਿਆਰ ਸੀ। the seed was sown। ਬੀਜ ਉਹਦੇ ਵਿੱਚ ਬੋ ਦਿੱਤਾ ਗਿਆ ਸੀ। and the crop did not take long to ripen। ਤੇ ਫਸਲ ਨੇ ਪੱਕਣ ਵਿੱਚ ਜ਼ਿਆਦਾ ਟਾਈਮ ਨਹੀਂ ਲੈਣਾ ਸੀ। when the guru was satisfied that the spiritual flame had been kindled permanently। ਜਦੋਂ ਗੁਰੂ ਯਾਨੀ ਸਵਾਮੀ ਰਾਮਾਨੰਦ ਜਿਹਨੂੰ ਪੱਕਾ ਹੋ ਗਿਆ, ਉਹਨਾਂ ਨੂੰ ਸੰਤੁਸ਼ਟੀ ਹੋ ਗਈ, ਸੈਟੀਸਫਾਈਡ ਹੋ ਗਏ ਕਿ ਹੁਣ ਜਿਹੜੀ ਆਤਮਿਕ ਜੋਤ ਓਕੇ ਸਪਿਰਚੁਅਲ ਫਲੇਮ ਰਵਿਦਾਸ ਜੀ ਵਿੱਚ ਪੈ ਗਈ ਹੈ, ਉਹ ਹੁਣ ਪਰਮਾਨੈਂਟਲੀ ਯਾਨੀ ਸਥਾਈ, ਕਿੰਡਲਡ ਯਾਨੀ ਜਗਦੀ ਰਹੇਗੀ। ਠੀਕ ਹੈ, ਜਦੋਂ ਉਹਨਾਂ ਨੂੰ ਪੱਕਾ ਹੋ ਗਿਆ ਕਿ ਹੁਣ ਜਿਹੜੀ ਮੈਂ ਜੋਤ ਆਤਮਿਕ ਜੋਤ ਭਗਤ ਰਵਿਦਾਸ ਜੀ ਵਿੱਚ ਪਾਈ ਹੈ ਉਹ ਹੁਣ ਸਥਾਈ ਰੂਪ ਵਿੱਚ ਜਗਦੀ ਰਹੇਗੀ, ਇਹਨੂੰ ਹੁਣ ਕੋਈ ਬੁਝਾ ਨਹੀਂ ਪਾਏਗਾ। ਹੀ ਆਸਕਡ ਰਵਿਦਾਸ ਟੂ ਰਿਟਰਨ ਹੋਮ ਐਂਡ ਲਿਵ ਦਾ ਵੇ ਹੀ ਵਾਂਟਡ ਟੂ ਲਿਵ। ਉਹਨਾਂ ਨੇ ਰਵਿਦਾਸ ਜੀ ਨੂੰ ਕਿਹਾ ਕਿ ਉਹ ਹੁਣ ਆਪਣੇ ਘਰ ਜਾਣ ਤੇ ਜਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਬਤੀਤ ਕਰਨ। ਦਾ ਐਨਲਾਈਟਨਡ ਡਿਸਾਈਪਲ। ਐਨਲਾਈਟਨਡ ਕੀ ਹੁੰਦਾ? ਪ੍ਰਕਾਸ਼ਮਾਨ, ਜਿਹਨੂੰ ਸੱਚ ਦੀ ਪਹਿਚਾਣ ਹੋ ਗਈ ਹੋਵੇ, ਜਿਹਨੇ ਆਤਮਿਕ ਗਿਆਨ ਹਾਸਲ ਕਰ ਲਿਆ ਹੋਵੇ, ਉਹਨੂੰ ਆਪਾਂ ਕਹਾਂਗੇ ਐਨਲਾਈਟਨਡ। ਡਿਸਾਈਪਲ ਹੁੰਦਾ ਚੇਲਾ। ਠੀਕ, ਸੋ ਉਸ ਪ੍ਰਕਾਸ਼ਮਾਨ ਚੇਲੇ ਨੇ ਨਾਓ ਫੈਲਟ ਹੁਣ ਮਹਿਸੂਸ ਕੀਤਾ that he had a divine mission to fulfill ਕਿ ਉਸ ਕੋਲ ਹੁਣ ਇੱਕ ਰੱਬੀ ਮਿਸ਼ਨ ਹੈ ਜਿਹੜਾ ਕਿ ਉਸਨੇ ਪੂਰਾ ਕਰਨਾ ਹੈ। he chose ਬਨਾਰਸ। ਉਹਨਾਂ ਨੇ ਬਨਾਰਸ ਨੂੰ ਚੁਣਿਆ to be the venue of his future activities। ਆਪਣੀਆਂ ਭਵਿੱਖ ਦੀਆਂ ਗਤੀਵਿਧੀਆਂ ਲਈ ਉਹਨਾਂ ਨੇ ਬਨਾਰਸ ਦੀ ਜਗ੍ਹਾ ਚੁਣੀ। ਠੀਕ ਹੈ, ਵੈਨਿਊ ਕੀ ਹੁੰਦਾ? ਜਗ੍ਹਾ। ਰਵਿਦਾਸ felt that ਰਵਿਦਾਸ ਜੀ ਨੇ ਮਹਿਸੂਸ ਕੀਤਾ his training in spiritual life was not yet complete ਕਿ ਉਹਨਾਂ ਦੀ ਇਸ ਆਤਮਿਕ ਜੀਵਨ ਦੀ ਟ੍ਰੇਨਿੰਗ ਅਜੇ ਪੂਰੀ ਨਹੀਂ ਹੋਈ ਹੈ। he had a desire to have more and more of spiritual knowledge। ਉਹਨਾਂ 'ਚ ਬਹੁਤ ਇੱਛਾ ਸੀ ਕਿ ਉਹ ਵੱਧ ਤੋਂ ਵੱਧ ਆਤਮਿਕ ਗਿਆਨ ਪ੍ਰਾਪਤ ਕਰ ਲੈਣ। first of all ਸਭ ਤੋਂ ਪਹਿਲਾਂ he decided to beautify an area of the forest। ਉਹਨਾਂ ਨੇ ਇੱਕ ਜੰਗਲ ਦਾ ਏਰੀਆ ਉਸ ਨੂੰ ਬਿਊਟੀਫਾਈ ਕੀਤਾ ਯਾਨੀ ਸੋਹਣਾ ਬਣਾਇਆ, ਸਜਾਇਆ। where he could meditate in peace ਜਿੱਥੇ ਕਿ ਉਹ ਸ਼ਾਂਤੀ ਦੇ ਨਾਲ ਧਿਆਨ ਲਗਾ ਸਕਣ। one day ਇੱਕ ਦਿਨ while meditating ਜਦੋਂ ਉਹ ਧਿਆਨ ਲਗਾ ਰਹੇ ਸਨ he felt disturbed by a sudden movement in the bushes। ਉਹਨਾਂ ਨੂੰ ਇੱਕਦਮ ਹੋਈ ਝਾੜੀਆਂ ਦੀ ਹਲਚਲ ਨੇ ਉਹਨਾਂ ਨੂੰ ਡਿਸਟਰਬ ਕਰਤਾ, ਪਰੇਸ਼ਾਨ ਕਰ ਦਿੱਤਾ। ਰਵਿਦਾਸ got up and looked around। ਰਵਿਦਾਸ ਜੀ ਉੱਠੇ ਅਤੇ ਆਸੇ-ਪਾਸੇ ਉਹਨਾਂ ਨੇ ਦੇਖਿਆ। a she deer ਇੱਕ ਹਿਰਨੀ had been caught in a net। ਉਹ ਇੱਕ ਜਾਲ ਵਿੱਚ ਫਸੀ ਹੋਈ ਸੀ। laid by a hunter ਜਿਹੜਾ ਜਾਲ ਕਿ ਇੱਕ ਸ਼ਿਕਾਰੀ ਨੇ ਵਿਛਾਇਆ ਸੀ। ਓਕੇ, laid ਹੁੰਦਾ ਵਿਛਾਇਆ। the poor animal was struggling to get free। ਉਹ ਵਿਚਾਰਾ ਜਾਨਵਰ ਉਸ ਜਾਲ ਵਿੱਚੋਂ ਫ੍ਰੀ ਹੋਣ ਲਈ, ਆਜ਼ਾਦ ਹੋਣ ਲਈ ਜੱਦੋ ਜਹਿਦ ਕਰ ਰਿਹਾ ਸੀ, ਕੋਸ਼ਿਸ਼ ਕਰ ਰਿਹਾ ਸੀ, ਸਟਰਗਲ ਕਰ ਰਿਹਾ ਸੀ। as the hunter approached her ਜਿੱਦਾਂ ਹੀ ਹੰਟਰ ਸ਼ਿਕਾਰੀ ਨੇ ਉਸ ਕੋਲ ਪਹੁੰਚ ਕੀਤੀ she looked at him ਤਾਂ ਉਸ ਹਿਰਨੀ ਨੇ ਸ਼ਿਕਾਰੀ ਵੱਲ ਦੇਖਿਆ with pleading eyes। pleading eyes ਹੁੰਦਾ ਬੇਨਤੀ ਵਾਲੀਆਂ ਅੱਖਾਂ ਨਾਲ, ਵੀ ਉਹ ਜਿੱਦਾਂ ਬੇਨਤੀ ਕਰ ਰਹੀ ਹੋਵੇ ਕਿ ਮੈਨੂੰ ਛੱਡ ਦਿਓ, ਮੈਨੂੰ ਮਾਫ ਕਰ ਦਿਓ। ਓਕੇ, it was as if she was begging for mercy। ਇਹ ਇਦਾਂ ਸੀ ਕਿ ਜਿੱਦਾਂ ਉਹ ਦਇਆ ਵਾਸਤੇ ਭੀਖ ਮੰਗ ਰਹੀ ਹੋਵੇ। mercy ਕੀ ਹੁੰਦਾ? ਦਇਆ। it was her time to feed her 3 young ones ਕਿਉਂਕਿ ਇਹ ਸਮਾਂ ਸੀ ਜਦੋਂ ਉਸਨੇ ਆਪਣੇ 3 ਬੱਚਿਆਂ ਨੂੰ ਫੀਡ ਦੇਣਾ ਸੀ, ਖਾਣਾ ਦੇਣਾ ਸੀ। the little ones came jumping to her joyfully। ਹੁਣ ਉਸਦੇ ਤਿੰਨੋਂ ਬੱਚੇ ਉਹਦੇ ਵੱਲ ਦੌੜੇ ਆਏ ਹੱਸਦੇ ਹੋਏ, ਖੁਸ਼ੀ ਦੇ ਨਾਲ। but they were shocked when they saw their mother in a miserable plight। ਪਰ ਉਹਨਾਂ ਨੂੰ ਬਹੁਤ ਝਟਕਾ ਲੱਗਿਆ ਜਦੋਂ ਉਹਨਾਂ ਨੇ ਆਪਣੀ ਮਾਂ ਨੂੰ ਇਸ ਦੁਖਦਾਈ ਹਾਲਤ ਵਿੱਚ ਦੇਖਿਆ। miserable ਦੁਖਦਾਈ, plight ਹਾਲਤ। the mother and her young ones were a painful picture of misery and helplessness। ਮਾਂ ਅਤੇ ਉਸਦੇ ਛੋਟੇ ਬੱਚੇ ਇੱਕ ਦੁੱਖ ਦੀ ਅਤੇ ਮਜਬੂਰੀ ਦੀ ਬਹੁਤ ਹੀ ਦੁਖਦਾਈ ਤਸਵੀਰ ਪੇਸ਼ ਕਰ ਰਹੇ ਸਨ। their silent prayers and their sad eyes could have melted even a heart of stone। ਉਹਨਾਂ ਦੀਆਂ ਖਾਮੋਸ਼ ਅਰਦਾਸਾਂ ਅਤੇ ਦੁੱਖ ਭਰੀਆਂ ਅੱਖਾਂ ਇੱਕ ਪੱਥਰ ਦਾ ਸੀਨਾ ਵੀ ਪਿਘਲਾ ਸਕਦੀਆਂ ਸਨ। but the cruel hunter remained unmoved। ਪਰ ਉਹ ਜ਼ਾਲਮ ਸ਼ਿਕਾਰੀ ਬਿਨਾਂ ਪ੍ਰਭਾਵਿਤ ਹੋਏ ਉੱਥੇ ਖੜਾ ਰਿਹਾ। his eyes showed no trace of pity or kindness। ਉਸ ਦੀਆਂ ਅੱਖਾਂ ਵਿੱਚ ਕੋਈ ਵੀ ਦੁੱਖ ਅਤੇ ਦਿਆਲਤਾ ਦੇ ਭਾਵ ਦੀ ਛਾਪ ਨਹੀਂ ਸੀ। he stepped forward ਉਹ ਅੱਗੇ ਵਧਿਆ to seize the animal ਉਸ ਐਨੀਮਲ ਨੂੰ ਕਾਬੂ ਕਰਨ ਲਈ। seize ਕੀ ਹੁੰਦਾ? ਕਾਬੂ ਕਰਨਾ। and her young
young ones ਅਤੇ ਉਸਦੇ ਤਿੰਨੋਂ ਬੱਚਿਆਂ ਨੂੰ ਵੀ as ਰਵਿਦਾਸ looked at them ਜਿਵੇਂ ਕਿ ਰਵਿਦਾਸ ਜੀ ਨੇ ਉਹਨਾਂ ਨੂੰ ਦੇਖਿਆ his heart melted in pity ਉਹਨਾਂ ਦਾ ਦਿਲ ਦਇਆ ਦੇ ਨਾਲ ਦੁੱਖ ਦੇ ਨਾਲ ਭਰ ਗਿਆ he felt it his duty to save the poor helpless animals from death ਉਹਨਾਂ ਨੇ ਇਸ ਨੂੰ ਆਪਣੀ ਡਿਊਟੀ ਸਮਝਿਆ ਫਰਜ਼ ਸਮਝਿਆ ਕਿ ਉਹਨਾਂ ਮਜਬੂਰ ਜਾਨਵਰਾਂ ਨੂੰ ਮੌਤ ਤੋਂ ਬਚਾਇਆ ਜਾ ਸਕੇ he went up to the hunter and spoke like this ਉਹ ਉਸ ਹੰਟਰ ਕੋਲ ਗਏ ਅਤੇ ਇਸ ਤਰ੍ਹਾਂ ਉਹਨਾਂ ਨੇ ਬੋਲਿਆ we are all children of the same God ਅਸੀਂ ਇੱਕੋ ਹੀ ਪਰਮਾਤਮਾ ਦੇ ਬੱਚੇ ਹਾਂ he is our loving father ਉਹ ਸਾਡਾ ਪਿਆਰਾ ਪਿਤਾ ਹੈ it is the divine essence ਇਹ ਉਸ ਦੀ ਜੋਤ ਹੀ ਹੈ ਉਸ ਦਾ ਤੱਤ ਹੀ ਹੈ ਉਸ ਦਾ ਅੰਸ਼ ਹੀ ਹੈ ਠੀਕ ਹੈ essence that runs in the human heart as love ਕਿ ਜਿਹੜਾ ਕਿ ਮਨੁੱਖ ਦੇ ਦਿਲ ਵਿੱਚ ਪਿਆਰ ਦੇ ਰੂਪ ਵਿੱਚ ਚੱਲ ਰਿਹਾ ਹੈ it is the divine essence that fills the rose with fragrance ਇਹ ਉਹ ਰੱਬੀ ਜੋਤ ਹੀ ਹੈ ਜਿਹੜੀ ਗੁਲਾਬ ਦੇ ਫੁੱਲ ਨੂੰ ਮਹਿਕ ਦੇ ਨਾਲ ਭਰ ਦਿੰਦੀ ਹੈ again ਤੇ ਹੋਰ it is the divine essence that fills the rainbow with beauty ਤੇ ਇਹ divine essence ਹੀ ਹੈ ਰੱਬੀ ਜੋਤ ਹੀ ਹੈ ਜਿਹੜੀ ਕਿ ਸੱਤ ਰੰਗੀ ਪੀਂਘ ਨੂੰ ਖੂਬਸੂਰਤੀ ਦੇ ਨਾਲ ਭਰ ਦਿੰਦੀ ਹੈ it is the divine essence that fills the birds with joy ਇਹ ਰੱਬੀ ਜੋਤ ਹੀ ਹੈ ਜਿਹੜੀ ਕਿ ਪੰਛੀਆਂ ਨੂੰ ਖੁਸ਼ੀ ਦੇ ਨਾਲ the apples with juice ਸੇਬਾਂ ਨੂੰ ਜੂਸ ਦੇ ਨਾਲ and the voice with sweetness ਅਤੇ ਆਵਾਜ਼ ਵਿੱਚ ਮਧੁਰਤਾ ਭਰ ਦਿੰਦੀ ਹੈ therefore we should have love for every creature living on this earth ਇਸ ਕਰਕੇ ਸਾਨੂੰ ਇਸ ਧਰਤੀ ਤੇ ਰਹਿਣ ਵਾਲੇ ਹਰ ਜੀਵ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ all forms of life are sacred ਹਰ ਤਰ੍ਹਾਂ ਦੀ ਜ਼ਿੰਦਗੀ ਪਵਿੱਤਰ ਹੈ it is man's most sacred duty to bring peace to a troubled heart ਇਹ ਬੰਦੇ ਦਾ ਸਭ ਤੋਂ ਪਵਿੱਤਰ ਕਾਰਜ ਹੈ ਕਿ ਉਹ ਇੱਕ ਦੁਖੀ ਹਿਰਦੇ ਨੂੰ ਸ਼ਾਂਤੀ ਦੇਵੇ we should never cause pain suffering or death to any other being to any living being ਸਾਨੂੰ ਕਿਸੇ ਵੀ ਵਿਅਕਤੀ ਨੂੰ ਦੁੱਖ ਤਕਲੀਫ ਅਤੇ ਮੌਤ ਦੇਣ ਦਾ ਕਾਰਨ ਨਹੀਂ ਬਣਨਾ ਚਾਹੀਦਾ we should love all things ਸਾਨੂੰ ਸਾਰੀਆਂ ਵਸਤੂਆਂ ਨਾਲ ਪਿਆਰ ਕਰਨਾ ਚਾਹੀਦਾ ਹੈ great or small ਚਾਹੇ ਉਹ ਵੱਡੀ ਹੋਵੇ ਚਾਹੇ ਛੋਟੀ even a tiny insect in grass is as sacred as a human child ਉਹ ਛੋਟਾ ਕੀੜਾ ਮਕੌੜਾ ਵੀ ਓਨਾ ਹੀ ਪਵਿੱਤਰ ਹੈ ਜਿੰਨਾ ਕਿ ਇੱਕ ਮਨੁੱਖੀ ਬੱਚਾ the hunter listened to the sweet words of Saint Ravidas in deep respect ਉਸ ਸ਼ਿਕਾਰੀ ਨੇ ਸੰਤ ਰਵਿਦਾਸ ਜੀ ਦੇ ਇਹ ਸ਼ਬਦ ਬਹੁਤ ਆਦਰ ਸਤਿਕਾਰ ਨਾਲ ਸੁਣੇ the charm of the saint's personality and his words of deep wisdom washed away all evil thoughts from the hunter's mind ਸੰਤ ਜੀ ਦੀ ਸ਼ਖਸੀਅਤ ਦਾ ਪ੍ਰਕਾਸ਼ ਭਾ ਠੀਕ ਹੈ ਜਿਵੇਂ ਕਹਿੰਦੇ ਨਾ ਉਹਦਾ ਚਿਹਰਾ ਬਹੁਤ ਭਾ ਮਾਰਦਾ ਹੈ ਠੀਕ ਹੈ ਰੋਸ਼ਨੀ ਜਿਹਨੂੰ ਆਪਾਂ ਕਹਿੰਦੇ ਆ ਰੋਸ਼ਨ ਚਿਹਰਾ ਠੀਕ ਹੈ ਸੰਤ ਜੀ ਦੀ ਰੋਸ਼ਨ ਸ਼ਖਸੀਅਤ ਅਤੇ ਉਹਨਾਂ ਦੀ ਡੂੰਘੀ ਸਿਆਣਪ ਵਾਲੇ ਸ਼ਬਦਾਂ ਨੇ ਉਸ ਸ਼ਿਕਾਰੀ ਦੇ ਦਿਲ ਦੇ ਬੁਰੇ ਵਿਚਾਰਾਂ ਨੂੰ ਖਤਮ ਕਰ ਦਿੱਤਾ ਵਾਸ਼ਡ ਅਵੇ ਕਰ ਦਿੱਤਾ the hunter felt as ਸ਼ਿਕਾਰੀ ਨੇ ਮਹਿਸੂਸ ਕੀਤਾ ਕਿ ਜਿਵੇਂ if a miracle had happened ਕਿ ਜਿੱਦਾਂ ਕੋਈ ਚਮਤਕਾਰ ਹੋ ਗਿਆ ਸੀ a momentary contact with the great saint ਉਸ ਪਲ ਭਰ ਵਿੱਚ ਹੋਏ ਮਹਾਨ ਸੰਤ ਦੇ ਸੰਪਰਕ ਨਾਲ had changed him completely ਉਸ ਦੀ ਲਾਈਫ ਨੂੰ ਉਸਨੇ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਸੀ a killer had become filled with love for God and all his creation ਇੱਕ ਕਾਤਲ ਹੁਣ ਪਰਮਾਤਮਾ ਦੇ ਪਿਆਰ ਵਿੱਚ ਅਤੇ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਪਿਆਰ ਵਿੱਚ ਭਰ ਗਿਆ ਸੀ the hunter promised to lead a virtuous life ਉਸ ਸ਼ਿਕਾਰੀ ਨੇ ਵਾਅਦਾ ਕੀਤਾ ਕਿ ਉਹ ਇੱਕ ਬਹੁਤ ਹੀ ਗੁਣਾ ਭਰਪੂਰ ਜ਼ਿੰਦਗੀ ਬਿਤਾਏਗਾ and never to cause hurt to anyone ਕਿਸੇ ਨੂੰ ਵੀ ਦੁੱਖ ਤਕਲੀਫ ਦੇਣ ਦਾ ਕਾਰਨ ਨਹੀਂ ਬਣੇਗਾ ਸੈਂਟ ਰਵਿਦਾਸ was always very humble ਸੰਤ ਰਵਿਦਾਸ ਜੀ ਹਮੇਸ਼ਾ ਬੜੇ ਨਿਮਰ ਸੁਭਾਅ ਦੇ ਸਨ he was different from most of the scholars and a religious man of his time ਉਹ ਆਪਣੇ ਸਮੇਂ ਦੇ ਵਿਦਵਾਨ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਬਹੁਤ ਭਿੰਨ ਸਨ he never boasted of his knowledge and wisdom ਉਹਨਾਂ ਨੇ ਕਦੀ ਵੀ ਆਪਣੇ ਗਿਆਨ ਦੀ ਅਤੇ ਆਪਣੀ ਸਿਆਣਪ ਦੀ ਸ਼ੇਖੀ ਨਹੀਂ ਮਾਰੀ ਓਕੇ boasted of ਹੁੰਦਾ ਸ਼ੇਖੀ ਮਾਰਨੀ his divine knowledge ਉਹਨਾਂ ਦਾ ਆਤਮਿਕ ਗਿਆਨ came direct from within ਉਹਨਾਂ ਦੇ ਆਪਣੇ ਅੰਦਰਲੇ ਤੋਂ ਹੀ ਆ ਰਿਹਾ ਸੀ ਸਵੈ ਤੋਂ ਹੀ ਆ ਰਿਹਾ ਸੀ he had a charming personality ਉਹਨਾਂ ਦੀ ਬਹੁਤ ਵਧੀਆ ਪਰਸਨੈਲਿਟੀ ਸੀ his spiritual message appealed every heart ਉਹਨਾਂ ਦਾ ਧਾਰਮਿਕ ਉਪਦੇਸ਼ ਹਰ ਦਿਲ ਨੂੰ ਛੂੰਹਦਾ people listened to him spellbound ਲੋਕੀ ਉਹਨਾਂ ਨੂੰ ਮੰਤਰ ਮੁਗਧ ਹੋ ਕੇ ਸੁਣਦੇ spellbound ਹੁੰਦਾ ਮੰਤਰ ਮੁਗਧ ਹੋ ਜਾਣਾ ਕਿ ਜਿੱਦਾਂ ਉਹਨਾਂ ਤੇ ਕੋਈ ਜਾਦੂ ਹੋ ਗਿਆ ਹੋਵੇ he spoke in a simple and clear manner ਉਹ ਬਹੁਤ
ਬਹੁਤ ਹੀ ਸਧਾਰਨ ਅਤੇ ਸਪਸ਼ਟ ਤਰੀਕੇ ਨਾਲ ਬੋਲਦੇ। he told people, ਉਹ ਲੋਕਾਂ ਨੂੰ ਦੱਸਦੇ that all are equal in the eyes of God, ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ। the distinctions of caste, color and creed are meaningless, ਉਹ ਦੱਸਦੇ ਕਿ ਜਾਤ, ਰੰਗ ਅਤੇ ਨਸਲ ਦੇ ਭੇਦਭਾਵ ਵਿਅਰਥ ਹਨ, ਅਰਥਹੀਨ ਹਨ। they are all man made, ਇਹ ਸਾਰੇ ਬੰਦੇ ਦੇ ਦੁਆਰਾ ਬਣਾਏ ਗਏ ਹਨ, ਰੱਬ ਨੇ ਨਹੀਂ ਬਣਾਏ। ਸੈਂਟ ਰਵਿਦਾਸ brought great hope for those who were poor, weak and backward, ਸੰਤ ਰਵਿਦਾਸ ਜੀ ਨੇ ਉਹਨਾਂ ਲੋਕਾਂ ਵਿੱਚ ਬਹੁਤ ਵੱਡੀ ਆਸ ਭਰ ਦਿੱਤੀ ਜੋ ਕਿ ਗਰੀਬ ਸਨ, ਕਮਜ਼ੋਰ ਸਨ ਅਤੇ ਪਿਛੜੇ ਹੋਏ ਸਨ। he filled them with hope, ਉਹਨਾਂ ਨੇ ਉਹਨਾਂ ਨੂੰ ਆਸ ਨਾਲ ਭਰ ਦਿੱਤਾ, courage ਸਾਹਸ ਨਾਲ ਭਰ ਦਿੱਤਾ and confidence ਅਤੇ ਵਿਸ਼ਵਾਸ ਨਾਲ ਭਰ ਦਿੱਤਾ। he inspired them, ਉਹਨਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ not to bow, ਕਿ ਉਹ ਝੁਕਣ ਨਾ ਕਿਹਦੇ ਅੱਗੇ, to the unjust demands of the high caste people, ਕਿ ਜਿਹੜੀਆਂ ਉੱਚੀ ਜਾਤੀ ਦੇ ਲੋਕਾਂ ਦੀਆਂ ਅਨਿਆਇਕ ਡਿਮਾਂਡਸ ਹਨ ਉਹਨਾਂ ਦੇ ਅੱਗੇ ਉਹ ਝੁਕਣ ਨਾ। he inspired them to recognize the strength of the spirit within them, ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਅੰਦਰਲੀ ਆਤਮਾ ਦੀ ਸਟਰੈਂਥ, ਅੰਦਰਲੀ ਆਤਮਾ ਦੀ ਸ਼ਕਤੀ ਨੂੰ ਪਹਿਚਾਨਣ। he asked them to throw all weak thoughts out of their minds, ਰਵਿਦਾਸ ਜੀ ਨੇ ਲੋਕਾਂ ਨੂੰ ਕਿਹਾ ਕਿ ਉਹ ਸਾਰੇ ਕਮਜ਼ੋਰ ਖਿਆਲਾਂ ਨੂੰ ਆਪਣੇ ਦਿਮਾਗਾਂ ਵਿੱਚੋਂ ਕੱਢ ਕੇ ਬਾਹਰ ਮਾਰਨ। he always said, ਉਹ ਹਮੇਸ਼ਾ ਕਹਿੰਦੇ ਸਨ, untouchability is a sin against humanity, ਕਿ ਅਛੂਤਤਾ ਮਨੁੱਖਤਾ ਦੇ ਖਿਲਾਫ ਪਾਪ ਹੈ। ਕਿ ਜਿਹੜੇ ਵਿਅਕਤੀ ਦੂਜੇ ਵਿਅਕਤੀ ਨੂੰ ਅਛੂਤ ਕਹਿੰਦੇ ਹਨ, ਕਹਿੰਦੇ ਕਿ ਇਹਨੂੰ ਹੱਥ ਨਹੀਂ ਲਾਣਾ, ਠੀਕ ਹੈ, ਇਹ ਕੀ ਹੈ, ਇੱਕ ਪਾਪ ਹੈ। ਠੀਕ ਹੈ, ਅਛੂਤਤਾ ਦੀ ਬਿਮਾਰੀ ਮਨੁੱਖਤਾ ਦੇ ਅਗੇਂਸਟ ਇੱਕ ਪਾਪ ਹੈ। we can call ਸੈਂਟ ਰਵਿਦਾਸ a forerunner of ਗਾਂਧੀ ਜੀ। forerunner ਹੁੰਦਾ ਅਗਰਿਮ, ਪੂਰਵਜ, ਜਿਹੜਾ ਕਿ ਉਹਨਾਂ ਤੋਂ ਪਹਿਲਾਂ ਦਾ ਹੋਵੇ ਜਾਂ ਜਿਨ੍ਹਾਂ ਦੀ ਲੋਕੀ ਪੈਰੋਕਾਰੀ ਕਰਦੇ ਹੋਣ, ਜਿਨ੍ਹਾਂ ਨੂੰ ਫੋਲੋ ਕਰਦੇ ਹੋਣ। ਠੀਕ ਹੈ, ਸੋ ਇਸ ਲਾਈਨ 'ਚ ਕਿਹਾ ਗਿਆ ਹੈ ਕਿ ਅਸੀਂ ਸਮਝ ਸਕਦੇ ਹਾਂ ਕਿ ਗਾਂਧੀ ਜੀ ਨੇ ਵੀ ਭਗਤ ਰਵਿਦਾਸ ਜੀ ਨੂੰ ਫੋਲੋ ਕੀਤਾ, ਕਿ ਗਾਂਧੀ ਜੀ ਵੀ ਭਗਤ ਰਵਿਦਾਸ ਜੀ ਨੂੰ ਆਪਣੇ ਫੋਰਰਨਰ ਮੰਨਦੇ ਸਨ। ਸੈਂਟ ਰਵਿਦਾਸ continued to guide and reform the society of his time all his life, ਸੰਤ ਰਵਿਦਾਸ ਜੀ ਨੇ ਸਾਰੀ ਜ਼ਿੰਦਗੀ ਆਪਣੇ ਸਮਾਜ ਨੂੰ ਸੁਧਾਰਨਾ ਅਤੇ ਉਹਨਾਂ ਨੂੰ ਸੇਧ ਦੇਣਾ ਜਾਰੀ ਰੱਖਿਆ। even in his old age, ਉਹਨਾਂ ਦੇ ਬੁਢੇਪੇ ਵੇਲੇ ਵੀ he had the divine glow on his face, ਉਹਨਾਂ ਦੇ ਫੇਸ ਉੱਤੇ ਰੱਬੀ ਪ੍ਰਕਾਸ਼ ਸੀ। all his mental faculties remained as strong as ever, ਕਿ ਬਜ਼ੁਰਗੀ ਵੇਲੇ ਵੀ ਸਾਰੀਆਂ ਉਹਨਾਂ ਦੀਆਂ ਮਨ ਦੀਆਂ ਸ਼ਕਤੀਆਂ ਉਸੇ ਤਰ੍ਹਾਂ ਹੀ ਤਾਕਤਵਰ ਰਹੀਆਂ। his spirit remained untouched by the storms and stresses of the material world, ਉਹਨਾਂ ਦੀ ਆਤਮਾ ਹਮੇਸ਼ਾ ਹੀ ਪਦਾਰਥਕ ਦੁਨੀਆ ਦੇ ਝੱਖੜਾਂ ਅਤੇ ਤਣਾਵਾਂ ਤੋਂ ਅਛੂਹੀ ਹੀ ਰਹੀ। ਠੀਕ ਹੈ, ਯਾਨੀ ਉਹ ਦੁਨੀਆ ਦੇ ਝੱਖੜ ਤੇ ਤਣਾਵ ਨੂੰ ਛੂ ਨਾ ਸਕੇ। his end was peaceful, ਉਹਨਾਂ ਦਾ ਅੰਤ ਬਹੁਤ ਸ਼ਾਂਤਮਈ ਸੀ। one great soul on the earth became mixed with the eternal soul, ਇਸ ਧਰਤੀ ਦੀ ਇੱਕ ਮਹਾਨ ਆਤਮਾ ਉਸ ਚਿਰ ਸਥੀਵੀ ਆਤਮਾ ਦੇ ਵਿੱਚ, ਪਰਮ ਆਤਮਾ ਦੇ ਵਿੱਚ ਵਿਲੀਨ ਹੋ ਗਈ। one heavenly light on the earth became blended with the immortal light, ਇੱਕ ਰੂਹਾਨੀ ਜੋਤ ਉਸ ਸੱਚੀ ਜੋਤ ਵਿੱਚ ਵਿਲੀਨ ਹੋ ਗਈ, ਸਮਾ ਗਈ। ਸੋ ਇਹ ਸੀ ਲੈਸਨ ਸੈਂਟ ਰਵਿਦਾਸ। ਉਮੀਦ ਹੈ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ, ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਇੰਗਲਿਸ਼ ਵਿੱਚ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਜਿਹਦੇ ਵਿੱਚ ਅਸੀਂ ਇਸ ਦੀ ਐਕਸਰਸਾਈਜ਼ ਦੀਆਂ ਕੁਝ ਐਕਟੀਵਿਟੀਜ਼ ਕਰਾਂਗੇ। ਥੈਂਕ ਯੂ ਵੈਰੀ ਮਚ।